ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ, ਬੜੇ ਅਰਸੇ ਬਾਅਦ ਕੇਜਰੀਵਾਲ ਉਹਨਾਂ ਨੂੰ ਪੀਐਮ ਦੇ ਖਿਲਾਫ ਬੋਲਦਿਆਂ ਸੁਣਿਆ ਹੈ। ਦਿੱਲੀ ਵਿਧਾਨ ਸਭਾ 'ਚ ਉਹ ਕਸ਼ਮੀਰ ਫਾਈਲ ਨੂੰ ਲੈ ਕੇ ਤਣਜ ਕੱਸ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਉੱਪਰ। ਕਹਿ ਰਹੇ ਸੀ ਕਿ ਫਿਲਮ ਬਣਾਉਣ ਵਾਲੇ ਤਾਂ ਕਰੋੜਾਂ ਵੱਟ ਗਏ, ਤੁਸੀਂ ਪੋਸਟਰ ਲਾਉਣ ਜੋਗੇ ਰਹਿ ਗਏ। ਪਰ ਇਹਦੇ ਪਿੱਛੇ ਦਰਦ ਕੁਝ ਹੋ ਰਿਹਾ, ਉਹਦੇ ਬਾਰੇ ਤੁਸੀਂ ਚਾਨਣਾ ਜ਼ਰੂਰ ਪਾਇਓ। ਪਰ ਇੱਕ ਹੋਰ ਪੰਜਾਬ ਨੂੰ ਜਿਹੜਾ ਹੈਗਾ ਉਹ ਯੁੱਧ ਛੇੜਨਾ ਪੈ ਗਿਆ। ਕੱਲ ਭਗਵੰਤ ਮਾਨ ਹੋਣੀ ਪੀਐਮ ਨੂੰ ਮਿਲਣ ਗਏ ਸੀ, ਪੀਐਮ ਨੂੰ ਮਿਲ ਕੇ ਵਾਪਸ ਮੁੜਦੇ ਆ ਤਾਂ ਭਗਵੰਤ ਮਾਨ ਦੇ ਅਧਿਕਾਰੀ ਉਹਨਾਂ ਦੇ ਹੱਥ ਇੱਕ ਚਿੱਠੀ ਫੜਾ ਦਿੰਦੇ ਆ। ਚਿੱਠੀ ਵਿੱਚ ਕੇਂਦਰ ਦੀ ਧਮਕੀ ਹੈ। ਕੇਂਦਰ ਦੀ ਧਮਕੀ ਇਹ ਆ ਕਿ 3 ਮਹੀਨਿਆਂ ਦੇ ਅੰਦਰ ਅੰਦਰ ਪ੍ਰੀਪੇਡ ਸਮਾਰਟ ਬਿਜਲੀ ਦੇ ਮੀਟਰ ਲਵਾਓ, ਨਹੀਂ ਤਾਂ ਤੁਹਾਡੇ ਫੰਡ ਰੋਕ ਦਿੱਤੇ ਜਾਣਗੇ। ਕੀ ਕਰੇਗੀ ਪੰਜਾਬ ਸਰਕਾਰ? ਹਾਲੇ ਕੁਰਸੀ ਚੰਗੀ ਤਰ੍ਹਾਂ ਸੰਭਾਲੀ ਨਹੀਂ ਤੇ ਫਰੰਟ ਕਈ ਖੋਲ ਦਿੱਤੇ ਗਏ। ਇਧਰ ਜਿਹੜਾ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਸੀ ਭ੍ਰਿਸ਼ਟਾਚਾਰ ਦੇ ਖਿਲਾਫ, WhatsApp ਨੰਬਰ, ਉਹਦੇ ਤੇ ਵੀ ਕਹਿੰਦੇ ਹਜ਼ਾਰਾਂ ਸ਼ਿਕਾਇਤਾਂ ਆ ਗਈਆਂ। ਕਿਵੇਂ ਨਿਪਟਣਗੇ? ਔਰ ਬੇਅਦਬੀ ਦਾ ਮਾਮਲਾ ਕਿੱਥੋਂ ਤੱਕ ਪਹੁੰਚਿਆ ਹੈ? ਵਿਰੋਧੀ ਬੜੇ ਕਾਲੇ ਪਏ ਹੋਏ ਆ, ਉਹ ਹੁਣੇ ਰਿਜ਼ਲਟ ਮੰਗਦੇ ਆ ਭਗਵੰਤ ਮਾਨ ਤੋਂ। ਪਰ ਅਸੀਂ ਇਹ ਦੱਸਾਂਗੇ ਇਹਦੇ ਵਿੱਚ ਨਵਾਂ ਕੀ ਕੁਝ ਹੋਇਆ। ਪਰ ਸਭ ਤੋਂ ਪਹਿਲਾਂ ਕੇਜਰੀਵਾਲ ਹੁਣੇ ਬੜੇ ਕੱਲ ਕਮਾਲ ਦੇ ਬੋਲ ਰਹੇ ਸੀ ਪੀਐਮ ਦੇ ਖਿਲਾਫ। ਅਚਾਨਕ ਪਤਾ ਨਹੀਂ ਕੀ ਹੋ ਗਿਆ ਮਨਪ੍ਰੀਤ ਜੀ, ਉਹਨਾਂ ਨੂੰ ਦੱਸਿਓ ਤਾਂ ਮਾੜਾ ਜਿਹਾ। ਦੇਖੋ ਮਦਨਦੀਪ ਜੀ, ਬਿਲਕੁਲ ਤੁਸੀਂ ਠੀਕ ਕਿਹਾ। ਅਸੀਂ ਬੜੀ ਦੇਰ ਬਾਅਦ ਅਰਵਿੰਦ ਕੇਜਰੀਵਾਲ ਹੋਣਾ ਨੂੰ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਜਾਂ ਤੁਸੀਂ ਇਹ ਕਹੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੇ ਖਿਲਾਫ ਬੋਲਦੇ ਹੋਏ ਬੜੀ ਦੇਰ ਬਾਅਦ ਸੁਣਿਆ। ਅਕਸਰ ਲੋਕ ਉਹਨਾਂ ਬਾਰੇ ਇਹ ਕਹਿਣ ਲੱਗ ਗਏ ਸੀ ਕਿ ਸ਼ਾਇਦ ਇਹਨਾਂ ਨੇ ਕੋਈ ਕੰਪਰੋਮਾਈਜ਼ ਤਾਂ ਨਹੀਂ ਕਰ ਲਿਆ, ਸ਼ਾਇਦ ਇਹ ਵੀ ਕਿਤੇ ਹਿੰਦੂਤਵਵਾਦੀ ਰਾਜਨੀਤੀ ਤਾਂ ਨਹੀਂ ਕਰਨ ਲੱਗ ਗਏ। ਔਰ ਕਈ ਉਹਨਾਂ ਦੇ ਐਕਸ਼ਨਸ ਜਾਂ ਕਈ ਉਹਨਾਂ ਦੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸੀ, ਉਹਨਾਂ ਤੋਂ ਲੱਗਦਾ ਵੀ ਸੀ ਲੋਕਾਂ ਨੂੰ। ਲੇਕਿਨ ਮੈਨੂੰ ਲੱਗਦਾ ਕਿ ਹੁਣ ਅਰਵਿੰਦ ਕੇਜਰੀਵਾਲ ਹੋਣਾ ਦੀ ਮਜਬੂਰੀ ਹੋ ਗਈ, ਖਾਸ ਤੌਰ ਤੇ ਜਦੋਂ ਤੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਬਹੁਮਤ ਮਿਲਿਆ, ਬਹੁਤ ਭਾਰੀ ਜਿੱਤ ਮਿਲੀ ਆ, ਤੇ ਜਿਵੇਂ ਉਹਨਾਂ ਦਾ ਅਗਲਾ ਨਿਸ਼ਾਨਾ ਹੋ ਸਕਦਾ ਕੇਂਦਰ ਹੋਵੇ ਜਾਂ ਨੈਸ਼ਨਲ ਪੋਲਿਟਿਕਸ ਹੋਵੇ, ਉਸ ਲਈ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਨਾਲ ਜਾਂ ਉਹਨਾਂ ਦੇ ਖਿਲਾਫ ਲੋਹਾ ਲੈਣ ਦੀ ਲੋੜ ਸੀ। ਤੁਸੀਂ ਯਾਦ ਕਰੋ, ਇਸ ਤੋਂ ਜਦੋਂ ਪਿਛਲੀ ਟਰਮ ਸੀ, ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਦੇ ਉੱਤੇ, ਆਮ ਆਦਮੀ ਪਾਰਟੀ ਦੇ ਉੱਤੇ ਦਿੱਲੀ ਪੁਲਿਸ ਨੇ ਬੜੇ ਤਰ੍ਹਾਂ ਦੇ ਕੇਸ ਦਰਜ ਕੀਤੇ ਸੀ। ਤੇ ਸਾਰਿਆਂ ਨੂੰ ਪਤਾ ਸੀ ਕਿ ਉਹ ਕੇਂਦਰ ਦੇ ਇਸ਼ਾਰੇ ਤੇ ਜਾਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਹੋ ਰਹੇ ਨੇ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਸਾਰੇ ਵਿਧਾਇਕਾਂ ਦੇ ਕੇਸ ਜਿਹੜੇ ਕੋਰਟਸ ਦੇ ਵਿੱਚ ਜਾ ਕੇ ਜਾਂ ਅਦਾਲਤਾਂ ਦੇ ਵਿੱਚ ਖਾਰਿਜ ਹੋ ਗਏ। ਲੇਕਿਨ ਇਸ ਨੇ ਆਮ ਆਦਮੀ ਪਾਰਟੀ ਦੀਆਂ ਉਹਨਾਂ ਦਿਨਾਂ ਦੇ ਵਿੱਚ ਮੁਸ਼ਕਲਾਂ ਬਹੁਤ ਵਧਾਤੀਆਂ ਸੀ, ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਦੇ ਵਿੱਚ ਵੀ ਛਾਪੇ ਪੈਣੇ, ਉਹਨਾਂ ਦੇ ਚੀਫ ਸੈਕਟਰੀ ਤੱਕ ਦੇ ਛਾਪੇ ਪੈਣੇ, ਇਹ ਸਾਰਾ ਕੁਝ ਹੋ ਰਿਹਾ ਸੀ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਹੁਣੀ ਇੱਕੋਦਮ ਚੁੱਪ ਕਰ ਗਏ, ਇਹ ਵੀ ਆਪਾਂ ਨੂੰ ਪਤਾ, ਤੇ ਬਹੁਤ ਸਾਰੇ ਲੋਕਾਂ ਨੇ ਸਮਝਿਆ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਕਿ ਕੰਪਰੋਮਾਈਜ਼ ਕਰ ਲਿਆ। ਹੁਣ ਕੀ ਹੋਇਆ? ਕੱਲ ਜਿਹੜੀ ਤੁਸੀਂ ਵਿਧਾਨ ਸਭਾ ਦੀ ਗੱਲ ਕਰ ਰਹੇ ਹੋ, ਉਹਦਾ ਵੀ ਇੱਕ ਪਿਛੋਕੜ ਆ, ਉਹ ਮੈਂ ਦੱਸਦਾ ਕਿ ਦਰਅਸਲ ਦਿੱਲੀ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਦਿੱਲੀ ਆ, ਉਹ 3 ਡਿਫਰੈਂਟ ਭਾਗਾਂ 'ਚ ਵੰਡੀ ਹੈ। ਸੰਨ 2011 ਦੇ ਵਿੱਚ ਜਦੋਂ ਸ਼ੀਲਾ ਦੀਕਸ਼ਿਤ ਹੁਣੀ ਮੁੱਖ ਮੰਤਰੀ ਹੁੰਦੇ ਸੀ ਦਿੱਲੀ ਦੇ, ਉਹਨਾਂ ਦੇ ਸਮੇਂ ਇਹ 3 ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੇ ਵਿੱਚ ਕ੍ਰੀਏਟ ਕੀਤੀਆਂ ਗਈਆਂ ਸੀ। ਉਹ ਇਸ ਕਰਕੇ ਕੀਤੀਆਂ ਗਈਆਂ ਸੀ ਤਾਂ ਕਿ ਉਹਨਾਂ ਦਾ ਮੰਨਣਾ ਸੀ ਕਿ ਲੋਕਾਂ ਨੂੰ ਸਹੂਲਤਾਂ ਸੌਖੀ ਤਰ੍ਹਾਂ ਮਿਲ ਜਾਣ, ਅਧਿਕਾਰੀ ਵੀ ਉਹਨਾਂ ਤੱਕ ਚੰਗੀ ਤਰ੍ਹਾਂ ਪਹੁੰਚ ਕਰ ਸਕਣ, ਔਰ ਇਹਨਾਂ ਸਾਰੀਆਂ ਤਿੰਨੋਂ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਰੈਵਨਿਊ ਜਨਰੇਸ਼ਨ ਆ, ਜਿਹੜਾ ਉਹਨਾਂ ਨੂੰ ਮਾਲੀਆ ਆਉਣਾ, ਉਹ ਵੀ ਠੀਕ ਤਰ੍ਹਾਂ ਆ ਸਕੇ। ਲੇਕਿਨ ਹੁਣ ਕਿਉਂਕਿ ਇਹਨਾਂ ਸਾਰੀਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਡਿਊ ਸੀ, ਕੇਂਦਰ ਨੇ ਇੱਕ ਬਿੱਲ ਲਿਆਉਣ ਲਈ ਆਪਣੇ ਕੈਬਨਿਟ ਦੇ ਵਿੱਚ ਮਨਜ਼ੂਰੀ ਦੇ ਦਿੱਤੀ ਆ, ਤੇ ਉਹ ਬਿੱਲ ਬਹੁਤ ਜਲਦੀ ਹੁਣ ਪਾਰਲੀਮੈਂਟ ਦੇ ਵਿੱਚ ਪਾਸ ਹੋ ਜਾਊਗਾ, ਜਿਸ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜੀਆਂ ਤਿੰਨੇ ਮਿਊਨਿਸਪਲ ਕਾਰਪੋਰੇਸ਼ਨ ਨੇ ਦਿੱਲੀ ਦੀਆਂ, ਉਹਨਾਂ ਨੂੰ ਮਰਜ ਕਰਕੇ ਇੱਕ ਕਰਕੇ ਹੁਣ ਪੂਰੇ ਦਿੱਲੀ ਦੇ ਵਿੱਚ ਇੱਕ ਹੀ ਕਾਰਪੋਰੇਸ਼ਨ ਹੋਵੇ। ਇਸ ਦਾ ਵਿਰੋਧ ਆਮ ਆਦਮੀ ਪਾਰਟੀ ਨੇ ਬਹੁਤ ਕੀਤਾ। ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਕੀਤਾ ਜਾ ਰਿਹਾ ਇਹ ਜਿਹੜੀਆਂ ਚੋਣਾਂ ਨੂੰ ਸਥਗਿਤ ਕਰਨ ਲਈ ਮਿਊਨਿਸਪਲ ਕਾਰਪੋਰੇਸ਼ਨ ਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। ਹੁਣ ਉਹਨੇ ਆਪਾਂ ਵਿਧਾਨ ਸਭਾ ਦੇ, ਕਿਉਂਕਿ ਇਹਦਾ ਪਿਛੋਕੜ ਦੱਸਣਾ ਬਹੁਤ ਜ਼ਰੂਰੀ ਸੀ ਕਿ ਉਹਨਾਂ ਨੇ ਭਾਸ਼ਣ ਦਿੱਤਾ ਕਿਉਂ। ਕੱਲ ਬੜੀ ਦੇਰ ਬਾਅਦ ਦੇਖਿਆ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹੀ ਆ, ਉਹ ਕਹਿੰਦੇ ਕਿ ਦੇਖੋ, ਸਾਡੀ ਤਾਂ ਇੱਕ ਛੋਟੀ ਜਿਹੀ ਪਾਰਟੀ ਹੈ, ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਮੰਨਦੀ ਆ,
ਪਰ ਕੀ ਕਾਰਨ ਆ? ਕਹਿੰਦੇ ਐਡੀ ਵੱਡੀ ਪਾਰਟੀ ਸਾਡੀ ਇੱਕ ਛੋਟੀ ਜੀ ਪਾਰਟੀ ਤੋਂ ਡਰ ਗਈ, ਚੋਣਾਂ ਤੋਂ ਭੱਜ ਗਏ। ਉਹਨਾਂ ਨੇ ਪਹਿਲਾਂ ਤਾਂ ਤੰਜ ਇਹ ਕੱਸਿਆ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਆਹ ਦੇਖੋ ਜਿਹੜੇ ਨਰਿੰਦਰ ਮੋਦੀ ਆ, ਇਹਨਾਂ ਬਾਰੇ ਕਿਹਾ ਜਾਂਦਾ ਕਿ ਇਹਨਾਂ ਦਾ 56 ਇੰਚ ਦਾ ਸੀਨਾ, ਪਰ ਕਹਿੰਦੇ ਕੁੜਤੇ ਦੇ ਥੱਲੇ ਦੇਖੋ ਲੱਗਦਾ ਨਹੀਂ ਕਿ ਇਹਨਾਂ ਦਾ 56 ਇੰਚ ਦਾ ਸੀਨਾ। ਦੂਸਰੀ ਗੱਲ ਉਹਨਾਂ ਨੇ ਕਹੀ ਆ, ਉਹ ਕਹਿੰਦੇ ਕਿ ਜਿਸ ਤੋਂ ਕਸ਼ਮੀਰ ਫਿਲਮ, ਜਿਹੜੀ ਕਸ਼ਮੀਰ ਫਾਈਲਸ ਇੱਕ ਮੂਵੀ ਆਈ ਹੈ, ਫਿਲਮ ਆਈ ਆ ਵਿਵੇਕ ਅਗਨੀਹੋਤਰੀ ਦੀ, ਉਹ ਕਹਿੰਦੇ ਕਿ ਤੁਸੀਂ ਜਿਹੜੇ ਭਾਜਪਾ ਦੇ MLA ਹੋ ਜਾਂ ਭਾਜਪਾ ਦੇ ਕਾਰਕੁਨ ਨੇ, ਜਿਹੜੇ ਵਰਕਰਸ ਨੇ, ਕਿਸੇ ਤੁਸੀਂ ਤਾਂ ਪੋਸਟਰ ਲਾ ਰਹੇ ਹੋ। ਔਰ ਤੁਹਾਡੀ ਗੱਲ ਬਿਲਕੁਲ ਠੀਕ ਆ। ਕਹਿੰਦੇ ਕਰੋੜਾਂ ਰੁਪਏ ਤਾਂ ਜਿਹੜੇ ਆ ਉਹ ਵਿਵੇਕ ਅਗਨੀਹੋਤਰੀ ਕਮਾ ਗਏ ਆ। ਦੂਸਰੀ ਗੱਲ ਉਹਨਾਂ ਨੇ ਕਹੀ ਆ, ਕਹਿੰਦੇ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਪੋਲਿਟਿਕਸ ਦੇਖੋ ਕਿ ਆਪਣੀ ਪੋਲਿਟਿਕਸ ਨੂੰ ਜਿਉਂਦਾ ਰੱਖਣ ਲਈ ਉਹਨਾਂ ਨੂੰ ਵਿਵੇਕ ਅਗਨੀਹੋਤਰੀ ਵਰਗੇ ਵਿਅਕਤੀ ਦੇ ਪੈਰਾਂ ਤੱਕ ਪੈਣਾ ਪੈ ਰਿਹਾ ਕਿ ਅੱਗੇ ਆਓ ਤੇ ਫਿਲਮ ਚਲਾਓ, ਤੇ ਫਿਲਮ ਦੇ ਜ਼ਰੀਏ ਉਹਨਾਂ ਦਾ ਨਿਸ਼ਾਨਾ ਜਿਹੜਾ ਕਿਤੇ ਹੋਰ ਸਾਧਣਾ ਚਾਹੁੰਦੇ ਆ। ਇੱਕ ਗੱਲ ਹੋਰ ਕਹਿੰਦੇ ਆ, ਉਹ ਕਹਿੰਦੇ ਕਿ ਤੁਹਾਡਾ ਜਿਹੜਾ ਭਾਜਪਾ ਦੇ ਜਿਹੜੇ ਵਰਕਰਸ ਨੇ, ਉਹਨਾਂ ਦੇ ਸਪੋਰਟਰਸ ਨੇ, ਕਹਿੰਦੇ ਤੁਸੀਂ ਆਪਣੇ ਦਿਮਾਗ ਦਾ ਇਸਤੇਮਾਲ ਕਰਿਆ ਕਰੋ। ਤੁਸੀਂ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿੰਦੇ ਰਹਿੰਦੇ ਹੋ। ਜੋ ਤੁਹਾਨੂੰ ਭੇਡਾਂ ਵਾਂਗੂ ਸਿਖਾਇਆ ਜਾਂਦਾ, ਇਹੀ ਸ਼ਬਦ ਉਹਨਾਂ ਨੇ ਵਰਤਿਆ, ਉਦਾਂ ਹੀ ਤੁਸੀਂ ਬੋਲ ਦਿੰਦੇ ਹੋ। ਉਹਨਾਂ ਨੇ ਖੇਤੀ ਕਾਨੂੰਨਾਂ ਦੀ ਯਾਦ ਕਰਾਈ। ਕਹਿੰਦੇ ਤੁਸੀਂ ਯਾਦ ਕਰੋ ਜਦੋਂ ਸੰਨ 2020 ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਲੈ ਕੇ ਆਂਦੇ ਸੀ, ਕਹਿੰਦੇ ਤੁਸੀਂ ਉਦੋਂ ਬੜੀਆਂ ਤਾਰੀਫਾਂ ਕਰ ਰਹੇ ਸੀ, ਬੜੀ ਵਾਹਵਾ ਕਰ ਰਹੇ ਸੀ। ਤੇ ਜਦੋਂ ਉਹਨਾਂ ਨੇ ਖੇਤੀ ਕਾਨੂੰਨ 19 ਨਵੰਬਰ ਸੰਨ 2021 ਦੇ ਵਿੱਚ ਵਾਪਸ ਲਏ, ਸਾਲ ਭਰ ਤੋਂ ਬਾਅਦ, ਤੇ ਉਦੋਂ ਵੀ ਤੁਸੀਂ ਤਾਰੀਫਾਂ ਕਰਦੇ ਰਹੇ। ਤੁਸੀਂ ਉਦੋਂ ਕਿਹਾ ਕਿ ਇਹ ਤਾਂ ਬੜਾ ਵਧੀਆ ਮਾਸਟਰ ਸਟ੍ਰੋਕ ਆ। ਕਹਿੰਦੇ ਆਪਣਾ ਦਿਮਾਗ ਵੀ ਇਸਤੇਮਾਲ ਕਰੋ। ਤੁਸੀਂ ਲੱਗਦਾ ਨਹੀਂ ਕਿ ਤੁਸੀਂ ਆਪਣਾ ਦਿਮਾਗ ਇਸਤੇਮਾਲ ਕਰਦੇ ਹੋ। ਔਰ ਅਖੀਰ ਤੇ ਉਹ ਕਹਿੰਦੇ ਆ ਕਿ ਤੁਹਾਨੂੰ ਭਾਜਪਾਈਆਂ ਨੂੰ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਆ। ਇਹ ਕਹਿ ਕੇ ਉਹ ਹੱਸਦੇ ਹੋਏ ਵੀ ਨਜ਼ਰ ਆਏ। ਜੀ ਮਦਨਦੀਪ ਜੀ, ਬਹੁਤ ਅੱਛੀ ਗੱਲ ਆ। ਇਹ ਬਹੁਤ ਦੇਰ ਬਾਅਦ ਅਜਿਹੀ ਭਾਸ਼ਾ ਉਹਨਾਂ ਦੀ ਸੁਣੀ ਹੈ ਕੇਜਰੀਵਾਲ ਹੋਣਾ ਦੀ। ਅੱਗੇ ਵੇਖਾਂਗੇ ਕਿੰਨੀਆਂ ਕੁ ਦਿਲਚਸਪ ਟਾਕਰਾ ਆਉਂਦਾ, ਕਿਸ ਤਰ੍ਹਾਂ ਦਾ ਆਉਂਦਾ। ਪਰ ਅੱਗੇ ਵਧਿਆ ਪੰਜਾਬ ਵੱਲ, ਕੱਲ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਭਗਵੰਤ ਮਾਨ ਹੋਣੀ। ਜਦੋਂ ਵਾਪਸ ਆਏ ਤਾਂ ਉਹਨਾਂ ਦੇ ਅਧਿਕਾਰੀਆਂ ਨੇ ਇੱਕ ਚਿੱਠੀ ਫੜਾ ਦਿੱਤੀ ਹੈ। ਚਿੱਠੀ ਦੇ ਵਿੱਚ ਧਮਕੀ ਹੈ, ਕੇਂਦਰ ਸਰਕਾਰ ਦੀ ਧਮਕੀ ਇਹ ਆ ਕਿ ਤੁਸੀਂ 3 ਮਹੀਨਿਆਂ ਦੇ ਅੰਦਰ ਅੰਦਰ ਆਪਣੇ ਸੂਬੇ ਦੇ ਵਿੱਚ ਪ੍ਰੀਪੇਡ ਬਿਜਲੀ ਦੇ ਮੀਟਰ ਲਵਾ ਲਓ, ਸਮਾਰਟ ਮੀਟਰ, ਨਹੀਂ ਤਾਂ ਤੁਹਾਡੇ ਫੰਡ ਰੋਕ ਦਿੱਤੇ ਜਾਣਗੇ। ਇਹ ਕੀ ਹੁਣ ਨਵਾਂ ਜਿਹੜਾ ਕੰਮ ਛੇੜ ਲਿਆ, ਇਹ ਤਾਂ ਜਿਹੜਾ ਕਾਨੂੰਨ ਆ ਵਾਪਸ ਲੈਣਾ ਸੀ ਸਰਕਾਰ ਨੇ। ਇਹ ਕੀ ਨਵਾਂ ਮੁੱਦਾ, ਕਿਉਂ ਜਾਣਬੁੱਝ ਕੇ ਦੁਬਾਰਾ ਛੇੜਿਆ ਗਿਆ? ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਕੇਂਦਰ ਜਿਹੜਾ ਉਹ ਸੂਬਿਆਂ ਦੇ ਅਧਿਕਾਰਾਂ ਤੇ ਕਬਜ਼ਾ ਕਰਦਾ ਰਹਿੰਦਾ। ਔਰ ਪੰਜਾਬ ਨੂੰ ਪਤਾ, ਪੰਜਾਬ ਦੇ ਕਈ ਵਾਰੀ ਅੱਗੇ ਵੀ ਆਪਾਂ ਮੁੱਦੇ ਡਿਸਕਸ ਕਰ ਚੁੱਕੇ ਹਾਂ ਕਿ ਸੰਘੀ ਢਾਂਚੇ ਤੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਉਹ ਰਾਜਾਂ ਦੇ ਜਾਂ ਸੂਬੇ ਦੇ ਅਧਿਕਾਰਾਂ ਤੇ ਹਮਲਾ ਕਰਦਾ ਰਹਿੰਦਾ। ਤੁਹਾਨੂੰ ਯਾਦ ਹੋਣਾ ਕਿ ਜਦੋਂ ਕਿਸਾਨ ਧਰਨੇ ਪ੍ਰਦਰਸ਼ਨਾਂ ਤੇ ਬੈਠੇ ਸੀ, ਦਿੱਲੀ ਦੀਆਂ ਬਰੂਹਾਂ ਤੇ ਜਾ ਕੇ, ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀ, ਉਸ ਦੌਰਾਨ ਜਦੋਂ ਕੇਂਦਰੀ ਮੰਤਰੀਆਂ ਦੀ, ਚਾਹੇ ਉਹ ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ ਆ, ਉਸ ਟਾਈਮ ਦੇ ਜਿਹੜੇ ਰੇਲਵੇ ਮੰਤਰੀ ਸੀ ਪਿਊਸ਼ ਗੋਇਲ, ਤੇ ਸੋਮ ਪ੍ਰਕਾਸ਼ ਜਿਹੜੇ ਪੰਜਾਬ ਤੋਂ ਨੇ, ਇਹ ਤਿੰਨੇ ਮੰਤਰੀ ਜਦੋਂ ਗੱਲਬਾਤ ਦੌਰਾਨ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਚੱਲ ਰਹੀ ਸੀ, ਕਿਸੇ ਨਾ ਕਿਸੇ ਤਰ੍ਹਾਂ ਰਾਹ ਕੱਢਿਆ ਜਾ ਰਿਹਾ ਸੀ। ਉਸ 11 ਦੌਰ ਦੀ ਗੱਲਬਾਤ ਦੇ ਵਿੱਚ ਇਹ ਵੀ ਗੱਲ ਆਈ ਸੀ ਕਿ ਅਸੀਂ ਜਿਹੜੇ ਇਲੈਕਟ੍ਰਿਸਿਟੀ ਬਿੱਲ ਆ 2020, ਤੇ ਇਸੇ ਤਰ੍ਹਾਂ ਅਸੀਂ ਜਿਹੜਾ ਪਰਾਲੀ ਵਾਲਾ, ਜਿਹਨੂੰ ਸਟਬਲ ਬਰਨਿੰਗ ਵਾਲਾ ਬਿੱਲ ਆ ਜਾਂ ਆਰਡੀਨੈਂਸ ਆ, ਉਸ ਨੂੰ ਅਸੀਂ ਵਾਪਸ ਲੈ ਲਾਂਗੇ। ਪਰ ਹੋਇਆ ਨਹੀਂ। ਹੁਣ ਜਿਹੜੀ ਇਹਨਾਂ ਨੇ ਤਾਕੀਦ ਕੀਤੀ ਆ ਪੰਜਾਬ ਸਰਕਾਰ ਨੂੰ ਕਿ ਤੁਸੀਂ 3 ਮਹੀਨਿਆਂ ਦੇ ਅੰਦਰ ਪ੍ਰੀਪੇਡ ਆਪਣੇ ਸਮਾਰਟ ਮੀਟਰਸ ਲਗਵਾ ਲਓ, ਨਹੀਂ ਤਾਂ ਹੋ ਸਕਦਾ ਕਿ ਇਸ ਦਾ ਜਿਹੜਾ ਖਮਿਆਜ਼ਾ ਉਹ ਪੰਜਾਬ ਨੂੰ ਜਾਂ ਪੰਜਾਬ ਸੂਬੇ ਨੂੰ ਭੁਗਤਣਾ ਪਵੇ। ਉਹ ਕਿਸ ਤਰ੍ਹਾਂ ਦਾ ਹੋਏਗਾ, ਖੈਰ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਲੇਕਿਨ ਇਸ ਧਮਕੀ ਦਿੱਤੀ ਗਈ ਹੈ। ਜੀ ਬਿਲਕੁਲ ਤੁਹਾਡੀ ਗੱਲ ਠੀਕ ਆ। ਆਮ ਤੌਰ ਤੇ ਕੇਂਦਰ ਕੋਲੇ ਜਦੋਂ ਬਾਂਹ ਮਰੋੜਨੀ ਹੋਵੇ, ਇਸ ਤਰ੍ਹਾਂ ਦੀਆਂ ਹੀ ਧਮਕੀਆਂ ਹੁੰਦੀਆਂ ਕਿ ਅਸੀਂ ਤੁਹਾਡੇ ਜਿਹੜੇ ਰੂਰਲ ਡਿਵੈਲਪਮੈਂਟ ਫੰਡ ਰੋਕ ਲਾਂਗੇ, ਅਸੀਂ ਤੁਹਾਡੀ ਫਲਾਣੀ ਗ੍ਰਾਂਟ ਰੋਕ ਲਾਂਗੇ। ਬਿਲਕੁਲ ਤੁਹਾਡੀ ਗੱਲ ਠੀਕ ਆ। ਦੂਸਰੇ ਪਾਸੇ ਕਿਸਾਨਾਂ ਨੇ ਵੀ ਅੱਜ ਐਜੀਟੇਸ਼ਨ ਸ਼ੁਰੂ ਕਰਤੀ ਹੈ, ਬਲਕਿ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਇੱਕ ਦਿਨ ਦਾ ਪ੍ਰਦਰਸ਼ਨ ਆ। ਕਿਸਾਨਾਂ ਦੇ ਜਿਹੜੇ ਬੜੇ ਵੱਡੇ ਆਗੂ ਆ, ਰਕੇਸ਼ ਟਕੈਤ, ਉਹ ਆਪ ਆਏ ਨੇ ਤੇ ਉਹਨਾਂ ਨੇ ਮੋਹਾਲੀ ਤੋਂ ਚੰਡੀਗੜ੍ਹ ਵੱਲ ਕੂਚ ਕਰਕੇ ਇਸ ਪ੍ਰਦਰਸ਼ਨ ਨੂੰ, ਧਰਨਾ ਪ੍ਰਦਰਸ਼ਨ ਉਹਨਾਂ ਨੇ ਕੱਢਿਆ। ਤੇ ਉਹਨਾਂ ਨੇ ਕਿਹਾ ਹਜੇ ਸਾਡਾ ਇੱਕ ਦਿਨ ਦਾ ਪ੍ਰਦਰਸ਼ਨ ਆ। ਬਾਕੀ ਜਦੋਂ ਉਹਨਾਂ ਨਾਲ ਜਿਹੜੇ ਪ੍ਰੀਪੇਡ ਮੀਟਰਸ ਦੀ ਗੱਲ ਕੀਤੀ ਗਈ ਤੇ ਜਿੰਨੇ ਕਿਸਾਨ ਆਗੂ ਸੀ, ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਉਹਨਾਂ ਨੇ ਕਿਹਾ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਸਾਨੂੰ ਪੂਰਾ ਪੈਸਾ ਦਿਓ, ਸਾਡੀ MSP ਦਿਓ, ਮਿਨੀਮਮ ਸਪੋਰਟ ਪ੍ਰਾਈਸ। ਤੁਹਾਨੂੰ ਪਤਾ ਹੀ ਹੈ ਕਈ ਤਰ੍ਹਾਂ ਦੀਆਂ ਮੰਗਾਂ ਮਦਨਦੀਪ ਜੀ ਅੱਜ ਵੀ ਪੈਂਡਿੰਗ ਆ। ਜਦੋਂ ਇਹ ਖੇਤੀ ਕਾਨੂੰਨ ਵਾਪਸ ਲਏ ਸੀ, ਉਸ ਤੋਂ ਬਾਅਦ ਕੇਂਦਰ ਨੇ ਇੱਕ ਚਿੱਠੀ ਲਿਖੀ ਸੀ ਜਿਹੜੇ ਕਿਸਾਨ ਆਗੂ ਆ ਕਿ ਤੁਹਾਡੀਆਂ ਜਿਹੜੀਆਂ ਬਾਕੀ ਮੰਗਾਂ ਅਸੀਂ ਸਮੇਂ ਰਹਿੰਦੇ ਉਹ ਵੀ ਪੂਰੀਆਂ ਕਰਾਂਗੇ। ਉਹ ਦੇਖੋ MSP ਤੇ ਹੋਵੇ,
ਇਸੇ ਆਰਡੀਨੈਂਸ ਨੂੰ ਲੈ ਕੇ ਹੋਵੇ, ਇਲੈਕਟ੍ਰਿਸਿਟੀ ਬਿੱਲ ਦੀ ਹੋਵੇ। ਔਰ ਹਮ, ਤੁਹਾਨੂੰ ਯਾਦ ਹੋਣਾ ਜਿਹੜਾ ਉਹ ਘਟਨਾ ਦਾ ਉਹ ਦੁਰਘਟਨਾ ਹੋਈ ਸੀ ਜਿੱਥੇ ਸ਼ੀਸ਼ ਕੁਮਾਰ ਟੈਣੀ ਨੇ, ਹਮ, ਜਿਹੜੇ ਅਜੇ ਕੁਮਾਰ ਮਿਸ਼ਰਾ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੇ, ਕਿਸ ਤਰ੍ਹਾਂ ਗੱਡੀਆਂ ਚੜਾ ਦਿੱਤੀਆਂ ਗਈਆਂ ਸੀ ਲਖੀਮਪੁਰ ਖੀਰੀ ਦੇ ਵਿੱਚ, ਕਿਸਾਨਾਂ ਦੀ ਮੌਤ ਹੋ ਗਈ ਸੀ। ਉਹਨਾਂ ਨੂੰ ਸਸਪੈਂਸ਼ਨ ਨੂੰ ਲੈ ਕੇ, ਉਹਨਾਂ ਦੇ ਮੁੰਡੇ ਨੂੰ ਫੜਨ ਨੂੰ ਲੈ ਕੇ, ਕਿਸਾਨਾਂ ਤੇ ਜਿਹੜੇ ਕੇਸ ਹੋਏ ਨੇ ਦਰਜ, ਉਹ ਵੀ ਵਾਪਸ ਲੈਣ ਨੂੰ ਹੈ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੰਗਾਂ ਸੀ, ਲੇਕਿਨ ਉਹ ਮੰਗਾਂ ਅੱਜ ਵੀ ਉੱਥੇ ਹੀ ਖੜੀਆਂ। ਔਰ ਉੱਪਰੋਂ ਜਿਹੜਾ ਇਹ ਮੀਟਰਸ ਲਾਉਣ ਦੀ ਗੱਲ ਆ, ਇੱਕ ਕਿਸਾਨ ਆਗੂ ਨੇ ਇਹ ਕਿਹਾ ਕਿ ਸਾਨੂੰ ਮੀਟਰ ਲਾਉਣ ਤੇ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਸਾਨੂੰ ਪੂਰਾ ਪੈਸਾ ਦਿਓ। ਦੂਸਰੇ ਨੇ ਕਿਹਾ ਕਿ ਨਹੀਂ, ਜਿੰਨੀ ਦੇਰ ਤੱਕ ਇਹ ਸਰਕਾਰ ਇਲੈਕਟ੍ਰਿਸਿਟੀ ਬਿੱਲ ਵਾਪਸ ਨਹੀਂ ਲਊਗੀ, ਅਸੀਂ ਉਨੀ ਦੇਰ ਤੱਕ ਮੀਟਰ ਨਹੀਂ ਲੱਗਣ ਦੇਵਾਂਗੇ। ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਸ ਦੇ ਵਿੱਚ ਮਤਭੇਦ ਤੇ ਆਪਸ ਦੇ ਵਿੱਚ ਕਨਫਰੰਟੇਸ਼ਨ, ਆਉਣ ਵਾਲੇ ਦਿਨਾਂ 'ਚ ਵਿਰੋਧ ਕੇਂਦਰ ਸਰਕਾਰ ਨਾਲ ਵਧਣ ਦੇ ਜਿਹੜੇ ਆਸਾਰ ਉਹ ਨਜ਼ਰ ਆ ਰਹੇ ਨੇ। ਤੇ ਮੈਨੂੰ ਲੱਗਦਾ ਜੇ ਇਸੇ ਤਰ੍ਹਾਂ ਦਾ ਮਾਹੌਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਿਸਾਨ ਜਥੇਬੰਦੀਆਂ ਨੂੰ ਫੇਰ ਇੱਕ ਵਾਰੀ ਇਕੱਠੇ ਹੋ ਕੇ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਦੇਖ ਸਕਦੇ ਹਾਂ ਜੀ। ਬਿਲਕੁਲ। ਮੈਂ ਸੁਣ ਰਿਹਾ ਸੀ ਦਰਸ਼ਨਪਾਲ ਉਹਨਾਂ ਦਾ ਇੱਕ ਬਿਆਨ, ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਰਾਜੇਵਾਲ ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਆ। ਉਹਨਾਂ ਨੇ ਅਪੀਲ ਕੀਤੀ ਸੀ ਕਿ ਜਿਹੜੇ ਰਾਜਨੀਤੀ ਵਿੱਚ ਚਲੇ ਗਏ ਸੀ, ਜਿਨ੍ਹਾਂ ਨੇ ਚੋਣਾਂ ਲੜੀਆਂ ਆ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਵੀ ਰਾਜਨੀਤੀ ਨੂੰ ਛੱਡ ਕੇ ਤੁਸੀਂ ਘੋਲ 'ਚ ਸ਼ਾਮਲ ਹੋ। ਮੇਰਾ ਖਿਆਲ ਰਾਜੇਵਾਲ ਹੋਣੀ ਵੀ ਜਲਦੀ ਇਹ ਫੈਸਲਾ ਲੈ ਲੈਣਗੇ। ਪਰ ਨਾਲ ਜਿਹੜਾ ਮੀਟਰਾਂ ਦਾ ਮਾਮਲਾ, ਇਹਦੇ 'ਚ ਕਾਂਗਰਸ ਦੇ ਜੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਆ ਕਿ ਇਹਦੇ ਨਾਲ ਪਿੰਡਾਂ ਨੂੰ ਨੁਕਸਾਨ ਹੋਊਗਾ। ਪਿੰਡਾਂ ਦਾ ਕੀ ਨੁਕਸਾਨ ਹੋਊਗਾ ਇਹਦੇ ਨਾਲ? ਦੇਖੋ, ਮੈਨੂੰ ਨਹੀਂ ਪਤਾ ਕਿ ਪਿੰਡਾਂ ਦੇ ਆਮ ਤੌਰ ਤੇ ਮੇਰੇ ਖਿਆਲ ਨਾਲ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤੀ ਜਾਂ ਸਟੇਟਮੈਂਟ ਦਿੱਤਾ ਉਹਨਾਂ ਨੇ, ਉਹ ਇਸੇ ਕਰਕੇ ਦਿੱਤੀ ਹੈ ਕਿ ਆਮ ਤੌਰ ਤੇ ਜਿਹੜੇ ਸਾਡੇ ਕਿਸਾਨ ਨੇ, ਪਿੰਡਾਂ ਦੇ ਕਿਸਾਨ, ਉਹ ਪਿੰਡਾਂ 'ਚ ਰਹਿੰਦੇ ਨੇ। ਤੇ ਬੇਸਿਕਲੀ ਤਾਂ ਮੈਨੂੰ ਲੱਗਦਾ ਕਹਿਣ ਦਾ ਉਹਨਾਂ ਦਾ ਇਹੀ ਮਤਲਬ ਸੀ। ਹਾਲਾਂਕਿ ਜਿਹੜੀ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ, ਨਾ ਕਿ ਆਮ ਡੋਮੈਸਟਿਕ ਜਿਹੜੀ ਘਰਾਂ ਨੂੰ ਜਾਂ ਪਿੰਡਾਂ ਨੂੰ ਦਿੱਤੀ ਜਾਂਦੀ ਹੈ। ਸੋ ਇਸ ਕਰਕੇ ਸ਼ਾਇਦ ਉਹਨਾਂ ਦਾ ਮਤਲਬ ਕਹਿਣ ਦਾ ਇਹ ਹੋਵੇ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਜੇ ਸਰਕਾਰ ਅੱਜ ਦੀ ਭਗਵੰਤ ਮਾਨ ਉਹਨਾਂ ਦੀ ਸਰਕਾਰ ਆ ਜਾਂ ਪਹਿਲੀ ਸਰਕਾਰ ਵੀ ਸੀ, ਜੇ ਉਹ ਕੁਝ ਡੋਮੈਸਟਿਕ ਯੂਨਿਟਸ ਜਿਹਨੂੰ ਅਸੀਂ ਕਹਿੰਦੇ ਆ ਬਿਜਲੀ ਦੇ ਜਾਂ ਘਰੇਲੂ ਯੂਨਿਟਸ ਉਹਨਾਂ ਨੂੰ ਮਾਫ ਕਰਨਾ ਚਾਹੁੰਦੇ ਆ, ਤੇ ਉਹ ਇੱਕ ਅਲੱਗ ਵਿਸ਼ਾ ਹੈ। ਉਹ ਕਿਸਾਨਾਂ ਦੇ ਨਾਲ ਉਹਨੂੰ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਜੀ। ਮਦਨਦੀਪ ਜੀ, ਬਿਲਕੁਲ। ਵਧਦੇ ਅਗਲੀ ਖਬਰ ਵੱਲ। ਅਗਲੀ ਖਬਰ ਇਹ ਆ ਕਿ ਜਿਹੜਾ ਭਗਵੰਤ ਮਾਨ ਉਹਨਾਂ ਨੇ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ WhatsApp ਨੰਬਰ ਜਾਰੀ ਕੀਤਾ ਸੀ, ਉਹਦੇ ਤੇ ਬਹੁਤ ਜ਼ਿਆਦਾ ਸ਼ਿਕਾਇਤਾਂ ਆ ਰਹੀਆਂ। ਮੁਸ਼ਕਲ ਆ ਰਹੀ ਹੈ ਸ਼ਿਕਾਇਤਾਂ ਨੂੰ ਦੋਨਾਂ ਦੇ ਨਿਪਟਾਰੇ ਲਈ। ਕੀ ਮਾਮਲਾ ਕੀ ਹੈ ਮਨਪ੍ਰੀਤ ਜੀ? ਤੁਸੀਂ ਦੇਖੋ, ਤੁਹਾਨੂੰ ਯਾਦ ਹੋਣਾ ਜਦੋਂ ਭਗਵੰਤ ਮਾਨ ਹੋਣਾ ਨੇ 16 ਤਰੀਕ ਨੂੰ 16 ਮਾਰਚ ਨੂੰ ਸਹੁੰ ਚੁੱਕੀ ਸੀ, ਤੇ ਉਹਨਾਂ ਨੇ ਉਸੇ ਦਿਨ ਕਿਹਾ ਸੀ ਕਿ ਅਸੀਂ 23 ਮਾਰਚ ਯਾਨੀ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਣਾ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਇੱਕ ਨੰਬਰ ਜਾਰੀ ਕਰਾਂਗੇ ਜਿਸ ਨਾਲ ਪੰਜਾਬ ਦੇ ਵਿੱਚ ਜੋ ਭ੍ਰਿਸ਼ਟਾਚਾਰ ਆ, ਜਿਹਦੀਆਂ ਜੜ੍ਹਾਂ ਬਹੁਤ ਦੂਰ ਦੂਰ ਤੱਕ ਤੇ ਬੜੀਆਂ ਡੂੰਘੀਆਂ ਫੈਲ ਗਈਆਂ, ਉਸ ਨੂੰ ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਨਿਜਾਤ ਦਿਵਾਵਾਂਗੇ। ਇਹ ਫੈਸਲਾ ਉਹਨਾਂ ਨੇ ਕਿਹਾ ਸੀ, ਐਲਾਨ ਕੀਤਾ ਸੀ, ਬਾਅਦ ਦੇ ਵਿੱਚ ਉਹਨਾਂ ਨੇ ਨੰਬਰ ਵੀ ਜਾਰੀ ਕਰਤਾ। ਔਰ ਅੱਜ ਤੁਸੀਂ ਦੇਖੋ 25 ਮਾਰਚ ਆ, ਹਜੇ ਪਰਸੋਂ ਹੀ ਨੰਬਰ ਇਹ ਜਾਰੀ ਕੀਤਾ ਤੇ 20,000 ਤੋਂ ਵੀ ਵੱਧ ਕੰਪਲੇਂਟਸ ਆ ਚੁੱਕੀਆਂ ਨੇ। ਲੇਕਿਨ ਮਦਨਦੀਪ ਜੀ, ਇਹ 'ਚ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਦੋਂ ਉਹਨਾਂ ਨੇ ਇਹ ਨੰਬਰ ਜਾਰੀ ਕਰਨ ਦੀ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀ ਕਿ ਤੁਸੀਂ, ਜੇ ਕੋਈ ਤੁਹਾਡੇ ਤੋਂ ਅਧਿਕਾਰੀ ਪੈਸੇ ਮੰਗਦਾ, ਤੁਸੀਂ ਉਹਦੇ ਨਾਲ ਬਹਿਸ ਨਾ ਕਰੋ, ਤੁਸੀਂ ਉਹਨੂੰ ਨਾ ਕਰੋ, ਬਲਕਿ ਉਹਦਾ ਇੱਕ ਆਡੀਓ ਕਲਿੱਪ ਬਣਾ ਲਓ ਜਾਂ ਵੀਡੀਓ ਕਲਿੱਪ ਬਣਾ ਲਓ ਤੇ ਉਹ ਆਡੀਓ ਜਾਂ ਵੀਡੀਓ ਕਲਿੱਪ ਸਾਨੂੰ ਭੇਜ ਦਿਓ, ਯਾਨੀ ਕਿ ਸਰਕਾਰ ਨੂੰ ਭੇਜ ਦਿਓ, ਤੇ ਅਸੀਂ ਉਸ ਤੇ ਕਾਰਵਾਈ ਕਰਕੇ ਜਾਂ ਉਸ ਅਧਿਕਾਰੀ ਦੇ ਖਿਲਾਫ ਜਾਂ ਕਰਮਚਾਰੀ ਦੇ ਖਿਲਾਫ ਜ਼ਰੂਰ ਕਾਰਵਾਈ ਕਰਾਂਗੇ, ਜਿਹੜੀ ਬਣਦੀ ਕਾਨੂੰਨ ਦੇ ਹਿਸਾਬ ਦੇ ਨਾਲ ਕਾਰਵਾਈ ਹੋਏਗੀ। ਲੇਕਿਨ ਹੁਣ ਜਿਹੜੀਆਂ ਕੰਪਲੇਂਟਸ ਆ ਰਹੀਆਂ, ਉਹ ਰਿਟਨ ਕੰਪਲੇਂਟਸ ਆ ਰਹੀਆਂ, ਇਸ ਨੂੰ ਲੈ ਕੇ ਮੈਨੂੰ ਲੱਗਦਾ ਸਰਕਾਰ ਬੜੇ ਸ਼ਸ਼ੋਪੰਚ, ਤੇ ਕਈ ਕੰਪਲੇਂਟਸ ਬਾਰ-ਬਾਰ, ਯਾਨੀ ਕਿ ਰੈਪੀਟੇਸ਼ਨ ਵੀ ਬਹੁਤ ਆ, ਇੱਕ ਹੀ ਕੰਪਲੇਂਟ ਨੂੰ ਕਈ ਵਾਰੀ ਉਸ WhatsApp ਨੰਬਰ ਤੇ ਭੇਜਿਆ ਗਿਆ। ਔਰ ਇਹਦਾ ਇੱਕ ਹੋਰ ਪਹਿਲੂ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਕਿ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰਾਂ ਨੇ, ਅਧਿਕਾਰੀਆਂ ਨੇ ਲਿਖ ਕੇ ਲਾਤਾ ਕਿ ਸਾਡੇ ਇਸ ਦਫ਼ਤਰ ਦੇ ਵਿੱਚ ਮੋਬਾਈਲ ਫੋਨ ਜਿਹੜੇ ਲਿਆਉਣੇ ਮਨਾ ਨੇ। ਉਹ ਤੁਸੀਂ ਦੇਖਿਆ ਹੋਣਾ, ਆਮ ਤੌਰ ਤੇ ਮੋਬਾਈਲ ਦੀ ਫੋਟੋ ਲਾ ਕੇ ਉੱਤੇ ਇੱਕ ਕ੍ਰਾਸ ਦਾ ਨਿਸ਼ਾਨ ਬਣਾ ਦਿੱਤਾ ਜਾਂਦਾ, ਯਾਨੀ ਕਿ ਇੱਥੇ ਤੁਸੀਂ ਉਹੋ ਜਿਹੇ ਨਿਸ਼ਾਨ ਬਹੁਤ ਸਾਰੇ ਆਫਿਸਿਸ 'ਚ ਲੱਗ ਗਏ ਆ। ਸੋ ਇਸ ਕਰਕੇ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਤੁਸੀਂ ਮੋਬਾਈਲ ਫੋਨਾਂ ਤੇ ਵੀਡੀਓ ਜਾਂ ਆਡੀਓ ਭੇਜੋ, ਤੇ ਦੂਸਰੇ ਪਾਸੇ ਉਹਨਾਂ ਨੂੰ ਮਨਾ ਕਰਤਾ ਕਿ ਤੁਸੀਂ ਮੋਬਾਈਲ ਲੈ ਕੇ ਨਹੀਂ ਜਾ ਸਕਦੇ। ਕਿ ਅਧਿਕਾਰੀਆਂ ਨੂੰ ਵੀ ਮਨਾ ਕਿ ਉਹ ਆਪਣੇ ਮੋਬਾਈਲ ਅੰਦਰ ਨਹੀਂ ਲੈ ਕੇ ਜਾ ਸਕਦੇ, ਫਿਰ ਆਮ ਜਨਤਾ ਨੂੰ ਕਿਉਂ ਮਨਾ ਕੀਤਾ ਗਿਆ? ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਆਉਣ ਵਾਲੇ ਦਿਨਾਂ 'ਚ ਸਰਕਾਰ ਨੂੰ ਕਿਤੇ ਨਾ ਕਿਤੇ ਹੱਲ ਕਰਨੇ ਪੈਣਗੇ, ਨਜਿੱਠਣੇ ਪੈਣਗੇ। ਔਰ ਦੂਸਰੀ ਗੱਲ ਆ, ਇੱਥੇ ਮੈਂ ਨਾਲ ਇਹ ਵੀ ਜੋੜ ਦਿੰਦਾ ਕਿ ਬਹੁਤ ਸਾਰੇ ਜਿਹੜੇ ਇਮਾਨਦਾਰ ਅਧਿਕਾਰੀ ਨੇ ਜਾਂ ਜਿਹੜੇ ਕੁਝ ਇਸ ਤਰ੍ਹਾਂ ਦੇ, ਉਹਨਾਂ ਨੇ ਵੀ ਕਈ ਤਰ੍ਹਾਂ ਦੇ ਸਵਾਲ ਚੱਕੇ ਆ। ਜਦੋਂ ਤੁਸੀਂ ਅੱਗੇ ਗੱਲ ਕਰੋਗੇ ਤੇ ਆਪਾਂ ਉਸ ਤੇ ਵੀ ਗੱਲ ਕਰ ਲਾਂਗੇ। ਇਹ ਗੱਲ ਤਾਂ ਸਾਫ਼ ਹੈ ਨਾ। ਤੁਸੀਂ ਦੇਖੋ ਗੁਰਦਾਸਪੁਰ ਵਾਲਾ ਮਾਮਲਾ ਵੀ ਹੈ,
ਇਸ ਤੋਂ ਪਹਿਲਾਂ ਵੀ ਭ੍ਰਿਸ਼ਟਾਚਾਰ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਰਿਹਾ ਆ, ਕਈ ਮਾਮਲੇ ਇਸ ਤਰ੍ਹਾਂ ਦੇ ਹੈਗੇ ਆ। ਪਰ ਜਿਹੜਾ ਉਹਨੇ ਇਹਦੇ ਚ ਇੱਕ ਹੋਰ ਸਵਾਲ ਵੀ ਪੈਦਾ ਹੁੰਦਾ ਆ ਕਿ ਜਿਹੜੇ ਸ਼ਿਕਾਇਤਾਂ ਆਈਆਂ ਹਜ਼ਾਰਾਂ, ਇਹਦੇ ਤੋਂ ਕੇਜਰੀਵਾਲ ਬੜੇ ਉਤਸ਼ਾਹਿਤ ਆ। ਮੈਂ ਕਿਤੇ ਪੜ੍ਹ ਰਿਹਾ ਸੀ, ਕੇਜਰੀਵਾਲ ਉਹਨਾਂ ਦੇ ਕਹਿਣਾ ਆ ਕਿ ਅਸੀਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਆ ਉਹ ਭ੍ਰਿਸ਼ਟਾਚਾਰ ਖਤਮ ਕਰਕੇ ਪੰਜਾਬ 'ਚ ਕਮਾ ਸਕਦੇ ਆ ਤੇ ਖਜ਼ਾਨੇ 'ਚ ਪਾ ਸਕਦੇ ਆ ਪੰਜਾਬ ਸਰਕਾਰ ਦੇ। ਇਹ ਇਸ ਤਰ੍ਹਾਂ ਦੀ ਸਥਿਤੀ ਬਣੀ ਪਈ ਹੈ ਕਿ ਅਧਿਕਾਰੀ ਹੌਲੀ ਹੌਲੀ ਕਰਕੇ ਮੈਨੂੰ ਲੱਗਦਾ ਵੀ ਇੰਨੇ ਨਾਰਾਜ਼ ਹੋਣਗੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੋਬਾਈਲ ਫੋਨ ਅੰਦਰ ਲੈ ਕੇ ਜਾਣਾ ਮਨਾ ਹੈ ਇਸ ਵੇਲੇ। ਇਸ ਤਰ੍ਹਾਂ ਅਧਿਕਾਰੀਆਂ ਦੇ ਨਾਲ ਕਿਵੇਂ ਸਿੱਝਣਗੇ? ਅਧਿਕਾਰੀਆਂ ਤੋਂ ਕੰਮ ਵੀ ਲੈਣਾ ਹੈ, ਅਧਿਕਾਰੀਆਂ 'ਚ ਸੁਧਾਰ ਵੀ ਕਰਨਾ ਆ। ਇਹ ਫਰੰਟ ਤੁਹਾਨੂੰ ਲੱਗਦਾ ਹੈ ਇੰਨਾ ਸੌਖਾ ਹੈ ਭਗਵੰਤ ਮਾਨ ਉਹਨਾਂ ਲਈ ਕਿ ਇਹਦੇ ਨਾਲ ਨਿਪਟ ਲੈਣਗੇ ਉਹ ਸੌਖੇ ਤਰੀਕੇ ਨਾਲ? ਦਰਅਸਲ ਮਦਨਦੀਪ ਜੀ, ਤੁਸੀਂ ਬਹੁਤ ਹੀ ਵਾਜਿਬ ਸਵਾਲ ਕੀਤਾ। ਦਰਅਸਲ ਜਿਹੜੇ ਬਹੁਤ ਸਾਰੇ ਕਰਮਚਾਰੀ ਨੇ, ਅਧਿਕਾਰੀ ਨੇ, ਹਾਲਾਂਕਿ ਭਗਵੰਤ ਮਾਨ ਉਹਨਾਂ ਦਾ ਕਹਿਣਾ ਕਿ 99% ਹੈ ਜਿਹੜੇ ਉਹ ਇਮਾਨਦਾਰ ਨੇ, ਸਿਰਫ 1% ਨੇ ਜਿਹੜੇ ਉਹ ਬੇਈਮਾਨ ਨੇ। ਲੇਕਿਨ ਮੈਨੂੰ ਲੱਗਦਾ ਹੈ ਇਸ ਤੋਂ ਬਿਲਕੁਲ ਉਲਟਾ, ਕਿਉਂਕਿ ਜੇ 99% ਇਮਾਨਦਾਰ ਹੁੰਦੇ ਤੇ ਫਿਰ ਮੈਨੂੰ ਲੱਗਦਾ ਨਹੀਂ ਇਹਨਾਂ ਹੈਲਪਲਾਈਨਾਂ ਦੀ ਲੋੜ ਪੈਂਦੀ। ਭ੍ਰਿਸ਼ਟਾਚਾਰ ਇੰਨਾ ਕੁ ਵਧਿਆ ਹੋਇਆ, ਇਸੇ ਕਰਕੇ ਜਿਹੜੇ ਲੋਕ ਆ ਉਹ ਚਾਹੁੰਦੇ ਨੇ ਕਿ ਇਸ ਭ੍ਰਿਸ਼ਟਾਚਾਰ ਤੋਂ ਨਿਜਾਤ ਮਿਲੇ। ਹੁਣ ਤੁਸੀਂ ਦੇਖੋ, ਤੁਸੀਂ ਗੁਰਦਾਸਪੁਰ ਦੀ ਗੱਲ ਕੀਤੀ, ਜਿਹੜੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਮੁਹੰਮਦ ਇਸ਼ਫਾਕ, ਜਦੋਂ ਉਹਨਾਂ ਨੇ ਆਪਣੇ ਰੈਵਨਿਊ ਮਹਿਕਮੇ ਨੂੰ ਚਿੱਠੀ ਕੱਢੀ ਕਿ ਤੁਸੀਂ ਹਰ ਗੱਲ ਦੀ ਰਿਪੋਰਟ ਕਰੋ, ਰਜਿਸਟਰੀਆਂ ਕਰੋ, ਇਹ ਵੀ ਦੱਸੋ ਕਿ ਤੁਸੀਂ ਰਿਸ਼ਵਤ ਲਈ ਹੈ ਕਿ ਨਹੀਂ ਲਈ, ਤੇ ਉੱਥੋਂ ਦੇ ਜਿਹੜੇ ਐਸੋਸੀਏਸ਼ਨ ਆ, ਜਿਹੜੇ ਰੈਵਨਿਊ ਮਹਿਕਮੇ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਨੇ ਵਾਪਸ ਚਿੱਠੀ ਲਿਖਤੀ ਕਿ ਤੁਸੀਂ ਸਾਨੂੰ ਏਦਾਂ ਕਿੱਦਾਂ ਸਵਾਲ ਪੁੱਛਿਆ, ਤੁਸੀਂ ਤਾਂ ਆਪਣੀ ਗੱਡੀਆਂ 'ਚ ਪੈਟਰੋਲ ਨਹੀਂ ਪਾਉਂਦੇ, ਤੁਸੀਂ ਤਾਂ ਨਿੱਜੀ ਜਿਹੜਾ ਹੈਗਾ ਉਹ ਕਾਰਾਂ ਦਾ ਇਸਤੇਮਾਲ ਨਹੀਂ ਕਰਦੇ। ਇਹੋ ਜਿਹੇ ਬੜੇ ਸਵਾਲ ਆਏ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਬਣਦੀਆਂ, ਕਿਉਂਕਿ ਜਿਹੜੀਆਂ ਇਹਦੀਆਂ ਜੜ੍ਹਾਂ ਮੈਂ ਜਿਸ ਤਰ੍ਹਾਂ ਦੱਸਿਆ ਬਹੁਤ ਸਾਰੇ ਕਰਮਚਾਰੀਆਂ ਅਧਿਕਾਰੀਆਂ ਤੱਕ ਫੈਲ ਚੁੱਕੀਆਂ। ਇਹਦਾ ਬੈਕਲੈਸ਼ ਤਾਂ ਹੋਣਾ ਹੀ ਹੋਣਾ। ਸੋ ਇਹਦੇ ਲਈ ਸਾਰੇ ਢੰਗ ਤਰੀਕੇ ਅਪਣਾਉਣੇ ਪੈਣਗੇ ਮਦਨਦੀਪ ਜੀ, ਫੇਰ ਜਾ ਕੇ ਕਿਤੇ ਇਹਦਾ ਹੱਲ ਹੋਊਗਾ। ਕਿਉਂਕਿ ਜ਼ਿਆਦਾਤਰ ਅਧਿਕਾਰੀ ਤੇ ਕਰਮਚਾਰੀ, ਆਮ ਤੌਰ ਤੇ ਯੂਨੀਅਨਸ ਆ, ਬੜੀਆਂ ਵੱਡੀਆਂ ਯੂਨੀਅਨਸ ਬਣੀਆਂ, ਆਪਸ ਦੇ ਵਿੱਚ ਰਲ ਜਾਂਦੇ ਆ। ਤੁਸੀਂ ਦੇਖੋ ਕਿਸੇ ਪਟਵਾਰੀ ਨੂੰ ਜਦੋਂ ਫੜ ਲਿਆ ਜਾਂਦਾ, ਕਿਸੇ ਕਾਨੂੰਗੋ ਨੂੰ, ਤਹਿਸੀਲਦਾਰ ਨੂੰ, ਕਿੱਦਾਂ ਇਕੱਠੇ ਹੋ ਕੇ ਸਟ੍ਰਾਈਕ ਕਰ ਦਿੰਦੇ ਨੇ, ਬਲੈਕਮੇਲ ਕਰਦੇ ਨੇ ਸਰਕਾਰਾਂ ਨੂੰ, ਔਰ ਸਰਕਾਰਾਂ ਵੀ ਝੁਕ ਜਾਂਦੀਆਂ। ਹੁਣ ਡਿਪਟੀ ਕਮਿਸ਼ਨਰ ਨੇ ਫਟਾਫਟ ਜਿਹੜਾ ਆਪਣਾ ਆਰਡਰ ਕੱਢਿਆ ਸੀ ਉਹ ਚਿੱਠੀ ਵਾਪਸ ਵੀ ਲੈ ਲਈ। ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ਆ। ਨਹੀਂ, ਸਰਕਾਰਾਂ ਕਿਉਂ ਝੁਕਦੀਆਂ? ਸਵਾਲ ਇਹ ਵੀ ਹੈ ਨਾ, ਜਿਹੜਾ ਤੁਸੀਂ ਕਹਿ ਰਹੇ ਹੋ ਸਰਕਾਰਾਂ ਝੁਕ ਜਾਂਦੀਆਂ, ਕਿਉਂ ਝੁਕਦੀਆਂ? ਦੇਖੋ, ਇਹਦੇ 'ਚ ਦੋ ਗੱਲਾਂ ਸਾਹਮਣੇ ਆਈਆਂ ਸੀ। ਇੱਕ ਤਾਂ ਇਹ ਆਈ ਸੀ ਕਿ ਕਰਮਚਾਰੀਆਂ ਦੀ ਤਾਦਾਦ ਇੰਨੀ ਹੈ ਕਿ ਉਹ ਡਿਸਾਈਡ ਕਰਦੇ ਆ ਕਿਹਦੀ ਸਰਕਾਰ ਬਣੇ, ਕਿਹਦੀ ਨਾ ਬਣੇ। ਪਰ ਐਤਕਾਂ ਉਹਦੀ ਗੱਲ ਖਤਮ ਹੋ ਗਈ, ਕਿਉਂਕਿ ਜ਼ਿਆਦਾਤਰ ਕਰਮਚਾਰੀ ਪਿੰਡਾਂ 'ਚ ਆਉਂਦੇ ਆ ਤੇ ਜ਼ਿਆਦਾ ਜਿਹੜੇ ਕਰਮਚਾਰੀ ਆ ਉਹ ਸ਼ਹਿਰਾਂ 'ਚ ਵਸਦੇ ਆ ਤੇ ਪਿੰਡਾਂ ਦੇ ਵਿੱਚ ਵੋਟਿੰਗ ਭਾਰੀ ਹੋਈ ਹੈ। ਇਹ ਵੀ ਨਹੀਂ ਕਿ ਐਤਕਾਂ ਮੁਲਾਜ਼ਮਾਂ ਨੇ ਸਰਕਾਰ ਬਣਾਈ ਹੈ, ਐਤਕਾਂ ਤਾਂ ਆਮ ਜਨਤਾ ਨੇ ਬਹੁਤ ਸਾਰੀਆਂ ਵੋਟਾਂ ਪਾਈਆਂ ਆ। ਦਬਾਅ ਕਾਹਦਾ ਫਿਰ ਸਰਕਾਰ ਦੇ ਉੱਤੇ? ਇਹ ਸਮਝ ਨਹੀਂ ਆ ਰਹੀ, ਸਿਰਫ ਕੰਮ ਲੈਣ ਦਾ ਦਬਾਅ ਆ। ਦੇਖੋ, ਦਬਾਅ ਮੈਨੂੰ ਲੱਗਦਾ ਨਵੀਂ ਸਰਕਾਰ ਆ, ਅੱਜ 9ਵਾਂ ਦਿਨ ਆ ਸਰਕਾਰ ਬਣੀ ਹੋਈ ਨੂੰ, ਔਰ ਉਹਨਾਂ ਨੂੰ ਲੱਗਦਾ ਕਿ ਜੇ ਸਾਡੇ ਸ਼ੁਰੂ ਦੇ ਦਿਨਾਂ ਦੇ ਵਿੱਚ, ਹਜੇ ਜਦੋਂ ਅਸੀਂ ਸੈਟਲ ਵੀ ਨਹੀਂ ਹੋਏ, ਜੇ ਸਰਕਾਰੀ ਮੁਲਾਜ਼ਮਾਂ ਦੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ, ਜੇ ਉਹ ਹੜਤਾਲ ਤੇ ਚਲੇ ਗਏ, ਤੇ ਸਾਡੇ ਲਈ ਕੰਮ ਕਰਨਾ ਜਾਂ ਕੰਮ ਲੈਣਾ ਉਹਨਾਂ ਤੋਂ ਬਹੁਤ ਮੁਸ਼ਕਲ ਹੋ ਜਾਏਗਾ। ਸ਼ਾਇਦ ਇਸ ਗੱਲ ਦਾ ਦਬਾਅ, ਤੇ ਉਹ ਚਾਹੁੰਦੀ ਨਹੀਂ ਸਰਕਾਰ ਕਿ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣੇ। ਜੀ, ਰਾਹ ਤਾਂ ਕੇਜਰੀਵਾਲ ਉਹਨਾਂ ਨੇ ਦੇ ਦਿੱਤਾ ਸੀ ਜਦੋਂ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਕਿਸੇ ਵੀ ਵਿਧਾਇਕ ਨੇ ਕਿਸੇ ਅਧਿਕਾਰੀ ਨਾਲ ਉਲਝਣਾ ਨਹੀਂ, ਕਿਸੇ ਕਰਮਚਾਰੀ ਨੂੰ ਕੁਝ ਨਹੀਂ ਕਹਿਣਾ। ਫਿਰ ਜੇ ਕਰਮਚਾਰੀ ਨੂੰ, ਜੇ ਐਮਐਲਏ ਜਾਂ ਵਿਧਾਇਕ ਜੇ ਕੁਝ ਕਹਿ ਹੀ ਨਹੀਂ ਸਕਦਾ, ਤੇ ਫਿਰ ਡਰ ਕਾਹਦਾ ਹੈ ਉਹਨੂੰ? ਅਧਿਕਾਰੀਆਂ ਨੂੰ ਕਾਹਦਾ ਡਰ ਹੈ ਜਾਂ ਕਰਮਚਾਰੀਆਂ ਨੂੰ ਕਾਹਦਾ ਡਰ ਹੈ? ਕਿਹਦਾ ਡਰ ਹੋਊ ਫਿਰ? ਇਹ ਵੀ ਤਾਂ ਇੱਕ ਸਵਾਲ ਹੈ ਨਾ। ਇਹਦੇ ਨਾਲ ਹੌਸਲੇ ਤਾਂ ਬੁਲੰਦ ਹੁੰਦੇ ਹੀ ਹੈ। ਟਕਰਾਅ ਦਾ ਮਤਲਬ ਹੈ ਕਿ ਇਸ ਬਿਆਨ ਤੋਂ ਬਾਅਦ ਵੀ ਥੋੜਾ ਜਿਹਾ ਉਹਦੀਆਂ ਸੰਭਾਵਨਾਵਾਂ ਬਣ ਗਈਆਂ ਸੀ ਕਿ ਇਹ ਬਿਆਨ ਜਾਰੀ ਹੈ, ਬਿਆਨ ਦੇਣਾ ਜ਼ਰੂਰੀ ਸੀ ਕੇਜਰੀਵਾਲ ਉਹਨਾਂ ਲਈ। ਇਹਦੇ ਪਿੱਛੇ ਕੀ ਮਜਬੂਰੀ ਸੀ? ਮੈਂ ਤੁਹਾਡੀ ਗੱਲ ਸਮਝ ਨਹੀਂ ਸਕਿਆ, ਤੁਸੀਂ ਕਿਸ ਬਿਆਨ ਦੀ ਗੱਲ ਕਰਦੇ ਹੋ? ਜਦੋਂ WhatsApp ਨੰਬਰ ਜਾਰੀ ਕੀਤਾ, ਉਸ ਤੋਂ ਪਹਿਲਾਂ ਇੱਕ ਅਰਵਿੰਦ ਕੇਜਰੀਵਾਲ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੀ, ਆਪਣੇ ਵਿਧਾਇਕਾਂ ਨੂੰ ਕਿਹਾ ਸੀ। ਜਿਸ ਦਿਨ ਵਿਧਾਇਕਾਂ ਦੀ ਇੱਥੇ ਮੀਟਿੰਗ ਲਈ ਸੀ ਮੁੱਖ ਮੰਤਰੀ ਨੇ, ਉਹਨਾਂ ਨੇ ਸੰਬੋਧਨ ਕਰਨਾ ਸੀ ਕੇਜਰੀਵਾਲ ਉਹਨਾਂ ਨੇ ਵਿਧਾਇਕਾਂ ਨੂੰ ਕਿਹਾ ਸੀ ਕਿ ਕਿਸੇ ਵੀ ਵਿਧਾਇਕ ਨੇ ਜਾਂ ਕਿਸੇ ਵੀ ਮੰਤਰੀ ਨੇ ਕਿਸੇ ਵੀ ਅਧਿਕਾਰੀ ਨਾਲ ਬਦਤਮੀਜ਼ੀ ਨਹੀਂ ਕਰਨੀ, ਕਿਸੇ ਨੂੰ ਗਲਤ ਨਹੀਂ ਬੋਲਣਾ, ਕਿਸੇ ਦੀ ਬਦਲੀ ਕਰਾਉਣ ਲਈ ਮੁੱਖ ਮੰਤਰੀ ਕੋਲ ਨਹੀਂ ਜਾਣਾ। ਕੋਈ ਸ਼ਿਕਾਇਤ ਹੈ ਤਾਂ ਮੁੱਖ ਮੰਤਰੀ ਨੂੰ ਤੁਸੀਂ ਸਿਰਫ ਕਹਿ ਸਕਦੇ ਹੋ ਕਿ ਸਾਨੂੰ ਇਹਦੇ ਤੋਂ ਸ਼ਿਕਾਇਤ ਹੈ ਜਾਂ ਸਾਡੇ ਕੰਮ ਨਹੀਂ ਹੋ ਰਹੇ। ਜੇ ਤੁਸੀਂ ਓਪਨ ਇਸ ਤਰ੍ਹਾਂ ਦੇ ਬਿਆਨ ਦੇਵੋਗੇ ਤਾਂ ਇਹਦੇ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਤਾਂ ਹੌਸਲੇ ਵਧਣਗੇ ਨਾ। ਜੇ ਹੌਸਲੇ ਵਧਣਗੇ
ਤੇ ਕੁਦਰਤੀ ਗੱਲ ਹੈ ਕਿ ਸਰਕਾਰ ਨਾਲ ਟਕਰਾਅ ਪੈਦਾ ਹੋਵੇਗਾ ਜਦੋਂ ਸਰਕਾਰ ਸਖਤੀ ਕਰੇਗੀ। ਮੇਰਾ ਇਹ ਕਹਿਣ ਦਾ ਭਾਵ ਸੀ। ਹਾਂ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਜੀ ਉਹ ਬਿਆਨਾਂ ਦੀ ਲੋੜ ਨਹੀਂ ਸੀ, ਕਿਉਂਕਿ ਤੁਹਾਡੇ ਆਪਣੇ ਐਮਐਲਏ ਆ, ਹੂੰ, ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ। ਸੋ ਹੂੰ, ਇਹ ਗੱਲ ਮੈਂ ਤੁਹਾਡੇ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ, ਬਿਲਕੁਲ। ਹੂੰ। ਜੇ ਬੇਅਦਬੀ ਵੱਲ ਅਸੀਂ ਵੱਧਦੇ ਹਾਂ, ਵਿਰੋਧੀ ਬੜੇ ਕਾਹਲੇ ਪੈ ਗਿਆ ਰਿਜ਼ਲਟ ਲੈਣ ਦੀ ਬੇਅਦਬੀ ਦੇ ਮਾਮਲੇ ਵਿੱਚ। ਇਹ ਕਿਹਾ ਜਾ ਰਿਹਾ ਹੈ ਕਿ ਬੇਅਦਬੀ ਦੇ ਮਾਮਲੇ ਵਿੱਚ ਸਰਕਾਰ ਬਹੁਤ ਦੇਰੀ ਕਰ ਰਹੀ ਹੈ। ਦੇਰੀ ਕਾਹਦੀ ਹੈ? ਇਹ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਇਧਰ ਸਿੱਟ ਵੀ ਜਿਹੜੀ ਹੈ ਬਦਲ ਦਿੱਤੀ ਗਈ ਹੈ। ਅਗਲੇ ਦਿਨਾਂ 'ਚ ਅਸੀਂ ਉਮੀਦ ਕਰਦੇ ਹਾਂ ਸਰਕਾਰ ਇਸ ਮਾਮਲੇ 'ਚ ਐਕਟਿਵ ਹੋਵੇਗੀ। ਅੱਜ ਜਿਹੜੀ ਇੱਕ ਇਹ ਜਿਹੜਾ ਨਾਮਜ਼ਦ ਕੀਤਾ ਗਿਆ ਡੇਰਾ ਮੁਖੀ ਨੂੰ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਦੇਖੋ, ਇਹ ਮਾਮਲਾ ਪੁਰਾਣਾ ਚੱਲਦਾ ਹੈਗਾ। ਬੇਅਦਬੀ ਦੇ ਮਾਮਲੇ ਦੇ ਵਿੱਚ ਹੁਣ ਜਿਹੜੇ ਸਿਰਸਾ ਡੇਰੇ ਦੇ ਮੁਖੀ ਨੇ, ਗੁਰਮੀਤ ਰਾਮ ਰਹੀਮ ਸਿੰਘ, ਉਹਨਾਂ ਨੂੰ ਵੀ ਨਾਮਜ਼ਦ ਕਰ ਲਿਆ। ਪਹਿਲਾਂ 7 ਜਿਹੜੇ ਡੇਰੇ ਦੇ ਫਾਲੋਅਰ ਸੀ ਉਹਨਾਂ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਹੋਇਆ। ਤੇ ਹੁਣ ਜਿਹੜੀ ਫਰੀਦਕੋਟ ਦੀ ਅਦਾਲਤ ਆ, ਉੱਥੇ ਜਿਹੜੇ ਜੁਡੀਸ਼ੀਅਲ ਮੈਜਿਸਟ੍ਰੇਟ ਆ, ਉਹਨਾਂ ਨੇ 4 ਮਈ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਡੇਰਾ ਮੁਖੀ ਨੂੰ ਪੇਸ਼ ਹੋਣ ਲਈ ਕਿਹਾ। ਹੁਣ ਦੇਖਦੇ ਆ ਕਿ ਉਸ ਤੇ ਕੀ ਅਸਰ ਹੁੰਦਾ। SIT ਇਸ ਤੇ ਪਹਿਲਾਂ ਹੀ ਜਾਂਚ ਕਰ ਰਹੀ ਆ। ਸੁਨਾਰੀਆ ਜੇਲ੍ਹ ਦੇ ਵਿੱਚ ਬੰਦਾ ਪਹਿਲਾਂ 2 ਵਾਰੀ ਜਾ ਕੇ ਇਹ ਜਿਹੜੀ SIT ਆ ਉਹਨਾਂ ਦੀ ਜਿਹੜੀ ਜਵਾਬ ਤਲਬੀ ਕਰ ਚੁੱਕੀ ਆ, ਉਹਨਾਂ ਤੋਂ ਪੁੱਛਗਿੱਛ ਕਰ ਚੁੱਕੀ ਆ। ਪਰ ਹੁਣ ਉਹਨਾਂ ਨੂੰ ਕਿਉਂਕਿ ਅਫੀਸ਼ੀਅਲੀ ਨਾਮਜ਼ਦ ਕਰ ਲਿਆ, ਉਹਨਾਂ ਦਾ ਨਾਮ ਵਿੱਚ ਲਿਖ ਰਿਹਾ ਕਿ ਇਹ ਬੇਅਦਬੀ ਦੇ ਦੋਸ਼ੀ ਨੇ। ਹੁਣ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਪੁੱਛਗਿੱਛ ਹੁੰਦੀ ਹੈ, ਕਿਉਂਕਿ ਉਹ ਹਜੇ ਵੀ ਜੇਲ੍ਹ 'ਚ ਨੇ। ਤੇ ਕੀ ਪੰਜਾਬ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਹਰਿਆਣੇ ਤੋਂ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕਰਨ ਦੀ ਕੋਈ ਇਜਾਜ਼ਤ ਆਉਣ ਵਾਲੇ ਦਿਨਾਂ ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਜਾਂ ਅਦਾਲਤ ਦੇਗੀ? ਇਹ ਹੁਣ ਦੇਖਣਾ ਹੋਊਗਾ ਇਹ ਮਾਮਲਾ ਹੁਣ ਕੀ ਮੋੜ ਲੈਂਦਾ। ਜੀ ਹਾਂ, ਬਿਲਕੁਲ ਠੀਕ ਹੈ, ਕਿਉਂਕਿ ਪਹਿਲੀ ਵਾਰ ਸਿੱਧੇ ਤੌਰ ਤੇ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ। ਬੇਅਦਬੀ ਦੇ ਮਾਮਲੇ ਪਹਿਲਾਂ ਸਿਰਫ ਜਿਹੜੇ ਡੇਰਾ ਪ੍ਰੇਮੀ ਹੈ ਉਹਨਾਂ ਦੇ ਨਾਂ ਹੀ ਆ ਰਹੇ ਸੀ। ਸੋ ਸਮਾਂ ਸਮਾਪਤ ਹੋ ਗਿਆ। ਮਨਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਤੁਹਾਡਾ ਮਦਨਦੀਪ ਜੀ।